ਓਮ ਸ਼ਾਂਤੀ। आज सुनते हाँ 28 तरीक ਦੇ ਬਾਬਾ ਦੀ ਸਾਕਾਰ ਮਹਾਵਾਕਿਆ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਤੁਸੀਂ ਸਾਰੀ ਦੁਨੀਆ ਦੇ ਸੱਚੇ ਮਿੱਤਰ ਹੋ। ਤੁਹਾਡੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਹੋਣੀ ਚਾਹੀਦੀ। ਪ੍ਰਸ਼ਨ ਹੈ, ਤੁਸੀਂ ਰੂਹਾਨੀ ਮਿਲਟਰੀ ਹੋ। ਤੁਹਾਨੂੰ ਬਾਪ ਨੇ ਕਿਹੜਾ ਡਾਇਰੈਕਸ਼ਨ ਦਿੱਤਾ ਹੈ ਜਿਸ ਨੂੰ ਅਮਲ ਵਿੱਚ ਲਿਆਉਣਾ ਹੈ? ਉੱਤਰ, ਤੁਹਾਨੂੰ ਡਾਇਰੈਕਸ਼ਨ ਮਿਲਿਆ ਹੈ ਹਮੇਸ਼ਾ ਬੈਜ ਲਗਾ ਕੇ ਰੱਖੋ। ਕੋਈ ਵੀ ਪੁੱਛੇ ਕੀ ਹੈ, ਤੁਸੀਂ ਕੌਣ ਹੋ, ਤਾਂ ਬੋਲੋ ਸਾਰੀ ਦੁਨੀਆ ਤੋਂ ਕਾਮ ਦੀ ਅਗਨੀ ਬੁਝਾਉਣ ਵਾਲੇ ਅਸੀਂ ਹਾਂ ਫਾਇਰ ਬ੍ਰਿਗੇਡਰ। ਇਸ ਸਮੇਂ ਸਾਰੀ ਦੁਨੀਆ ਕਾਮ ਅਗਨੀ ਲੱਗੀ ਹੋਈ ਹੈ। ਅਸੀਂ ਸਭ ਨੂੰ ਸੰਦੇਸ਼ ਦਿੰਦੇ ਹਾਂ, ਹੁਣ ਪਵਿੱਤਰ ਬਣੋ, ਦੈਵੀ ਗੁਣ ਧਾਰਨ ਕਰੋ ਤਾਂ ਬੇੜਾ ਪਾਰ ਹੋ ਜਾਵੇਗਾ। ਓਮ ਸ਼ਾਂਤੀ। ਮਿੱਠੇ ਮਿੱਠੇ ਰੂਹਾਨੀ ਬੱਚੇ ਸਹਿਜ ਯਾਦ ਵਿੱਚ ਬੈਠੇ ਨੇ। ਕਿਸੇ ਨੂੰ ਡਿਫਿਕਲਟ ਵੀ ਲੱਗਦਾ ਹੈ, ਬਹੁਤ ਮੂੰਝਦੇ ਵੀ ਨੇ। ਅਸੀਂ ਟਾਈਟ ਅਥਵਾ ਸਟਿਕ ਹੋ ਕੇ ਬੈਠੀਏ। ਬਾਬਾ ਕਹਿੰਦੇ ਅਜਿਹੀ ਕੋਈ ਗੱਲ ਨਹੀਂ ਹੈ, ਕਿਵੇਂ ਵੀ ਬੈਠੋ, ਸਿਰਫ ਬਾਪ ਨੂੰ ਹੀ ਯਾਦ ਕਰਨਾ ਹੈ। ਇਸ ਵਿੱਚ ਮੁਸ਼ਕਿਲਾਤ ਦੀ ਕੋਈ ਗੱਲ ਨਹੀਂ। ਉਹ ਹੱਠ ਯੋਗੀ ਐਵੇਂ ਟਾਈਟ ਹੋ ਕੇ ਬੈਠਦੇ ਨੇ, ਲੱਤ ਤੇ ਲੱਤ ਚੜਾ ਕੇ ਬੈਠਦੇ ਨੇ। ਇੱਥੇ ਤਾਂ ਬਾਬਾ ਕਹੇ ਬੱਚੇ ਆਰਾਮ ਨਾਲ ਬੈਠੋ, ਬਾਪ ਨੂੰ ਤੇ 84 ਦੇ ਚੱਕਰ ਨੂੰ ਯਾਦ ਕਰੋ। ਇਹ ਹੈ ਹੀ ਸਹਿਜ ਯਾਦ, ਉੱਠਦੇ ਬੈਠਦੇ ਬੁੱਧੀ ਵਿੱਚ ਰਹੇ। ਜਿਵੇਂ ਵੇਖੋ, ਇਹ ਛੋਟਾ ਜਿਹਾ ਬੱਚਾ ਬਾਪ ਦੇ ਬਾਜੂ ਵਿੱਚ ਬੈਠਿਆ ਹੈ। ਇਹਨਾਂ ਨੂੰ ਬੁੱਧੀ ਵਿੱਚ ਮਾਂ ਬਾਪ ਹੀ ਯਾਦ ਹੋਣਗੇ। ਤੁਸੀਂ ਵੀ ਬੱਚੇ ਹੋਣਾ, ਬਾਪ ਨੂੰ ਯਾਦ ਕਰਨਾ ਤਾਂ ਬਹੁਤ ਸਹਿਜ ਹੈ। ਅਸੀਂ ਬਾਪ ਦੇ ਬੱਚੇ ਹਾਂ। ਬਾਬਾ ਤੋਂ ਸਾਨੂੰ ਵਰਸਾ ਲੈਣਾ ਹੈ। ਸਰੀਰ ਨਿਰਵਾਹ ਅਰਥ ਗ੍ਰਸਤ ਵਿਵਹਾਰ ਵਿੱਚ ਭਾਵੇਂ ਰਹੋ, ਸਿਰਫ ਹੋਰਾਂ ਦੀ ਯਾਦ ਬੁੱਧੀ ਤੋਂ ਕੱਢ ਦਿਓ। ਕੋਈ ਹਨੂਮਾਨ ਨੂੰ, ਕੋਈ ਕਿਸ ਨੂੰ, ਸਾਧੂ ਆਦਿ ਨੂੰ ਯਾਦ ਕਰਦੇ ਸੀ, ਹੁਣ ਉਹ ਯਾਦ ਛੱਡ ਦੇਣੀ ਹੈ। ਯਾਦ ਤਾਂ ਕਰਦੇ ਹੋਣਾ ਪੂਜਾ ਦੇ ਲਈ। ਪੁਜਾਰੀ ਨੂੰ ਮੰਦਿਰ ਵਿੱਚ ਜਾਣਾ ਪੈਂਦਾ ਹੈ। ਇਸ ਵਿੱਚ ਤਾਂ ਕਿਤੇ ਜਾਣ ਦੀ ਲੋੜ ਨਹੀਂ ਹੈ। ਕੋਈ ਵੀ ਮਿਲੇ ਬੋਲੋ ਸ਼ਿਵ ਬਾਬਾ ਦਾ ਕਹਿਣਾ ਹੈ, ਮੈਨੂੰ ਇੱਕ ਬਾਪ ਨੂੰ ਯਾਦ ਕਰੋ। ਸ਼ਿਵ ਬਾਬਾ ਤਾਂ ਹੈ ਨਿਰਾਕਾਰ, ਜ਼ਰੂਰ ਉਹ ਸਾਕਾਰ ਵਿੱਚ ਆ ਕੇ ਕਹਿੰਦੇ ਨੇ ਮਮ ਏਕਮ ਯਾਦ ਕਰੋ, ਮੈਂ ਪਤਿਤ ਪਾਵਨ ਹਾਂ। ਇਹ ਤਾਂ ਰਾਈਟ ਅੱਖਰ ਹੈ ਨਾ। ਬਾਬਾ ਕਹਿੰਦੇ ਨੇ ਮੈਨੂੰ ਯਾਦ ਕਰੋ, ਤੁਸੀਂ ਸਭ ਪਤਿਤ ਹੋ। ਇਹ ਪਤਿਤ ਤਮੋ ਪ੍ਰਧਾਨ ਦੁਨੀਆ ਹੈ। ਇਸ ਲਈ ਬਾਬਾ ਕਹਿੰਦੇ ਨੇ ਕੋਈ ਵੀ ਦੇਹਧਾਰੀ ਨੂੰ ਯਾਦ ਨਾ ਕਰੋ। ਇਹ ਤਾਂ ਚੰਗੀ ਗੱਲ ਹੈ ਨਾ। ਕਿਸੇ ਗੁਰੂ ਆਦਿ ਦੀ ਮਹਿਮਾ ਨਹੀਂ ਕਰਦੇ। ਬਾਪ ਸਿਰਫ ਕਹਿੰਦੇ ਨੇ ਬੱਚੇ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਇਹ ਹੈ ਯੋਗ ਬਲ ਅਥਵਾ ਯੋਗ ਅਗਨੀ। ਬੇਹੱਦ ਦਾ ਬਾਪ ਤਾਂ ਸੱਚ ਕਹਿੰਦੇ ਨੇ ਨਾ। ਗੀਤਾ ਦਾ ਭਗਵਾਨ ਨਿਰਾਕਾਰ ਹੀ ਹੈ। ਕ੍ਰਿਸ਼ਨ ਦੀ ਕੋਈ ਗੱਲ ਨਹੀਂ ਹੈ। ਭਗਵਾਨ ਕਹਿੰਦੇ ਨੇ ਸਿਰਫ ਮੈਨੂੰ ਯਾਦ ਕਰੋ, ਹੋਰ ਕੋਈ ਉਪਾਏ ਨਹੀਂ। ਪਾਵਨ ਹੋ ਕੇ ਜਾਣ ਨਾਲ ਉੱਚ ਪਦਵੀ ਪਾਓਗੇ, ਨਹੀਂ ਤਾਂ ਘੱਟ ਪਦਵੀ ਹੋ ਜਾਵੇਗੀ। ਅਸੀਂ ਤੁਹਾਨੂੰ ਬਾਪ ਦਾ ਸੰਦੇਸ਼ ਦਿੰਦੇ ਹਾਂ। ਮੈਂ ਸੰਦੇਸ਼ੀ ਹਾਂ, ਇਹ ਸਮਝਾਉਣ ਵਿੱਚ ਕੋਈ ਤਕਲੀਫ ਨਹੀਂ ਹੈ। ਮਾਤਾਵਾਂ, ਇਲਿਆਵਾਂ, ਕੁਬਜਾਵਾਂ ਵੀ ਉੱਚ ਪਦਵੀਆਂ ਪਾ ਸਕਦੀਆਂ ਨੇ, ਭਾਵੇਂ ਇੱਥੇ ਰਹਿਣ ਵਾਲੇ ਹੋਣ, ਭਾਵੇਂ ਘਰ ਗ੍ਰਸਤ ਵਿੱਚ ਰਹਿਣ ਵਾਲੇ। ਐਵੇਂ ਨਹੀਂ ਕਿ ਇੱਥੇ ਰਹਿਣ ਵਾਲੇ ਜ਼ਿਆਦਾ ਯਾਦ ਕਰ ਸਕਦੇ ਨੇ। ਬਾਬਾ ਕਹਿਣ ਬਾਹਰ ਵਿੱਚ ਰਹਿਣ ਵਾਲੇ ਵੀ ਬਹੁਤ ਯਾਦ ਵਿੱਚ ਰਹਿ ਸਕਦੇ ਨੇ, ਬਹੁਤ ਸਰਵਿਸ ਵੀ ਕਰ ਸਕਦੇ ਨੇ। ਇੱਥੇ ਵੀ ਬਾਪ ਤੋਂ ਰਿਫਰੈਸ਼ ਹੋ ਕੇ ਫਿਰ ਜਾਂਦੇ ਨੇ ਤਾਂ ਅੰਦਰ ਵਿੱਚ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਇਸ ਛੀਛੀ ਦੁਨੀਆ ਵਿੱਚ ਬਾਕੀ ਥੋੜੇ ਦਿਨ ਨੇ, ਫਿਰ ਚੱਲਾਂਗੇ ਕ੍ਰਿਸ਼ਨਪੁਰੀ ਵਿੱਚ। ਕ੍ਰਿਸ਼ਨ ਦੇ ਮੰਦਰ ਨੂੰ ਸੁਖ ਧਾਮ ਕਹਿੰਦੇ ਨੇ। ਬੱਚਿਆਂ ਨੂੰ ਅਪਾਰ ਖੁਸ਼ੀ ਹੋਣੀ ਚਾਹੀਦੀ ਹੈ, ਜਦਕਿ ਤੁਸੀਂ ਬੇਹੱਦ ਦੇ ਬਾਪ ਦੇ ਬਣੇ ਹੋ। ਤੁਹਾਨੂੰ ਹੀ ਸਵਰਗ ਦਾ ਮਾਲਿਕ ਬਣਾਇਆ ਸੀ। ਤੁਸੀਂ ਵੀ ਕਹਿੰਦੇ ਹੋ ਬਾਬਾ 5000 ਵਰ੍ਹੇ ਪਹਿਲੇ ਅਸੀਂ ਤੁਹਾਨੂੰ ਮਿਲੇ ਸੀ, ਫਿਰ ਮਿਲਾਂਗੇ। ਹੁਣ ਬਾਪ ਨੂੰ ਯਾਦ ਕਰਨ ਨਾਲ ਮਾਇਆ ਤੇ ਜਿੱਤ ਪਾਣੀ ਹੈ। ਹੁਣ ਇਸ ਦੁੱਖ ਧਾਮ ਵਿੱਚ ਤਾਂ ਰਹਿਣਾ ਨਹੀਂ ਹੈ। ਤੁਸੀਂ ਪੜ੍ਹਦੇ ਹੀ ਹੋ। ਸੁੱਖ ਧਾਮ ਵਿੱਚ ਜਾਣ ਦੇ ਲਈ ਸਭ ਨੂੰ ਹਿਸਾਬ ਕਿਤਾਬ ਚੁਕਤੂ ਕਰਕੇ
ਵਾਪਿਸ ਘਰ ਜਾਣਾ ਹੈ। ਮੈਂ ਆਇਆ ਹੀ ਹਾਂ ਨਵੀਂ ਦੁਨੀਆ ਸਥਾਪਨ ਕਰਨ। ਬਾਕੀ ਸਭ ਆਤਮਾਵਾਂ ਚਲੀਆਂ ਜਾਣਗੀਆਂ ਮੁਕਤੀ ਧਾਮ। ਬਾਪ ਕਹਿੰਦੇ ਨੇ, ਮੈਂ ਕਾਲਾਂ ਦਾ ਕਾਲ ਹਾਂ। ਸਭ ਨੂੰ ਸਰੀਰਾਂ ਤੋਂ ਛੁਡਾ ਕੇ ਆਤਮਾਵਾਂ ਨੂੰ ਨਾਲ ਲੈ ਜਾਵਾਂਗਾ। ਸਭ ਕਹਿੰਦੇ ਵੀ ਨੇ ਅਸੀਂ ਜਲਦੀ ਜਾਈਏ। ਇੱਥੇ ਤਾਂ ਰਹਿਣ ਦਾ ਨਹੀਂ ਹੈ, ਇਹ ਤਾਂ ਪੁਰਾਣੀ ਦੁਨੀਆ, ਪੁਰਾਣਾ ਸਰੀਰ ਹੈ। ਹੁਣ ਬਾਪ ਕਹਿੰਦੇ ਨੇ, ਮੈਂ ਸਭ ਨੂੰ ਨਾਲ ਲੈ ਜਾਵਾਂਗਾ, ਛੱਡਾਂਗਾ ਕਿਸੇ ਨੂੰ ਵੀ ਨਹੀਂ। ਤੁਸੀਂ ਸਭ ਨੇ ਬੁਲਾਇਆ ਹੀ ਹੈ, ਇਹ ਪਤਿਤ ਪਾਵਨ ਆਓ। ਭਾਵੇਂ ਯਾਦ ਕਰਦੇ ਰਹਿੰਦੇ ਨੇ ਪਰ ਅਰਥ ਕੁਝ ਵੀ ਨਹੀਂ ਸਮਝਦੇ। ਪਤਿਤ ਪਾਵਨ ਦੀ ਕਿੰਨੀ ਧੁਨ ਲਗਾਉਂਦੇ ਨੇ, ਫਿਰ ਕਹਿੰਦੇ ਨੇ ਰਘੁਪਤੀ ਰਾਘਵ ਰਾਜਾ ਰਾਮ। ਹੁਣ ਸ਼ਿਵ ਬਾਬਾ ਤਾਂ ਰਾਜਾ ਬੰਦੇ ਨਹੀਂ, ਰਾਜਾਈ ਕਰਦੇ ਹੀ ਨਹੀਂ। ਉਹਨਾਂ ਨੂੰ ਰਾਜਾ ਰਾਮ ਕਹਿਣਾ ਰੋਂਗ ਹੋ ਗਿਆ। ਮਾਲਾ ਜਦੋਂ ਸਿਮਰਦੇ ਨੇ ਰਾਮ ਰਾਮ ਕਹਿੰਦੇ ਨੇ, ਉਸ ਵਿੱਚ ਵੀ ਭਗਵਾਨ ਦੀ ਯਾਦ ਆਉਂਦੀ ਹੈ। ਭਗਵਾਨ ਤਾਂ ਹੈ ਹੀ ਸ਼ਿਵ। ਮਨੁੱਖਾਂ ਨੇ ਨਾਂ ਬਹੁਤ ਰੱਖ ਦਿੱਤੇ ਨੇ। ਕ੍ਰਿਸ਼ਨ ਨੂੰ ਹੀ ਸ਼ਾਮ ਸੁੰਦਰ, ਵੈਕੁੰਠਨਾਥ, ਮੱਖਣ ਚੋਰ ਆਦਿ ਬਹੁਤ ਨਾਮ ਦਿੱਤੇ ਨੇ। ਹੁਣ ਤੁਸੀਂ ਕ੍ਰਿਸ਼ਨ ਨੂੰ ਮੱਖਣ ਚੋਰ ਕਹੋਗੇ? ਬਿਲਕੁਲ ਨਹੀਂ। ਤੁਸੀਂ ਸਮਝਦੇ ਹੋ ਭਗਵਾਨ ਤਾਂ ਇੱਕ ਨਿਰਾਕਾਰ ਹੈ। ਕੋਈ ਵੀ ਦੇਹਧਾਰੀ ਨੂੰ ਭਗਵਾਨ ਨਹੀਂ ਕਹਿ ਸਕਦੇ। ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਹੀ ਨਹੀਂ ਕਹਿ ਸਕਦੇ, ਤਾਂ ਮਨੁੱਖ ਆਪਣੇ ਆਪ ਨੂੰ ਭਗਵਾਨ ਕਿਵੇਂ ਕਹਿ ਸਕਦੇ ਨੇ? ਵਜੰਤੀ ਮਾਲਾ ਸਿਰਫ 108 ਦੀ ਗਾਈ ਜਾਂਦੀ ਹੈ। ਸ਼ਿਵ ਬਾਬਾ ਨੇ ਸਵਰਗ ਸਥਾਪਨ ਕੀਤਾ ਹੈ, ਉਸ ਦੇ ਮਾਲਿਕ ਨੇ ਜ਼ਰੂਰ। ਉਸ ਤੋਂ ਪਹਿਲੇ ਉਹਨਾਂ ਨੇ ਪੁਰਸ਼ਾਰਥ ਕੀਤਾ ਹੋਏਗਾ। ਉਸ ਨੂੰ ਕਿਹਾ ਜਾਂਦਾ ਹੈ ਕਾਲਯੁਗ ਤੇ ਸਤਯੁਗ ਆਦਿ ਦਾ ਸੰਗਮ ਯੁੱਗ। ਇਹ ਹੈ ਕਲਪ ਦਾ ਸੰਗਮ ਯੁੱਗ। ਮਨੁੱਖਾਂ ਨੇ ਫਿਰ ਯੁਗੇ ਯੁਗੇ ਕਹਿ ਦਿੱਤਾ। ਅਵਤਾਰ ਨਾਮ ਵੀ ਭੁੱਲ ਫਿਰ ਉਹਨਾਂ ਨੂੰ ਠਿੱਕਰ ਭਿੱਤਰ ਵਿੱਚ ਕਣ ਕਣ ਵਿੱਚ ਕਹਿ ਦਿੱਤਾ। ਇਹ ਵੀ ਡਰਾਮਾ ਹੈ। ਜੋ ਗੱਲ ਪਾਸਟ ਹੋ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਡਰਾਮਾ। ਕਿਸੇ ਨਾਲ ਝਗੜਾ ਆਦਿ ਹੋਇਆ, ਪਾਸ ਹੋਇਆ, ਉਸ ਦਾ ਚਿੰਤਨ ਨਹੀਂ ਕਰਨਾ ਹੈ। ਚੰਗਾ, ਕਿਸੇ ਨੇ ਘੱਟ ਜ਼ਿਆਦਾ ਵੀ ਬੋਲ ਦਿੱਤਾ, ਤੁਸੀਂ ਉਹਨਾਂ ਨੂੰ ਭੁੱਲ ਜਾਓ। ਕੱਲ ਪਹਿਲੇ ਵੀ ਐਵੇਂ ਬੋਲਿਆ ਸੀ। ਯਾਦ ਰਹਿਣ ਨਾਲ ਫਿਰ ਵਿਗੜਦੇ ਰਹਿਣਗੇ। ਉਹ ਗੱਲ ਫਿਰ ਕਦੇ ਬੋਲੋ ਵੀ ਨਹੀਂ। ਤੁਸੀਂ ਬੱਚਿਆਂ ਨੂੰ ਸਰਵਿਸ ਤਾਂ ਕਰਨੀ ਹੈ ਨਾ। ਸਰਵਿਸ ਵਿੱਚ ਕੋਈ ਵਿਗੜ ਨਹੀਂ ਪੈਣਾ ਚਾਹੀਦਾ। ਸਰਵਿਸ ਵਿੱਚ ਕਮਜ਼ੋਰੀ ਨਹੀਂ ਵਿਖਾਉਣੀ ਚਾਹੀਦੀ। ਸ਼ਿਵ ਬਾਬਾ ਦੀ ਸਰਵਿਸ ਹੈ ਨਾ, ਉਸ ਵਿੱਚ ਕਦੇ ਜ਼ਰਾ ਵੀ ਨਾ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਆਪਣਾ ਪਦ ਭ੍ਰਸ਼ਟ ਕਰ ਦੇਣਗੇ। ਬਾਪ ਦੇ ਮਦਦਗਾਰ ਬਣੇ ਹੋ ਤਾਂ ਪੂਰੀ ਮਦਦ ਦੇਣੀ ਹੈ। ਬਾਪ ਦੀ ਸਰਵਿਸ ਕਰਨ ਵਿੱਚ ਜ਼ਰਾ ਵੀ ਧੋਖਾ ਨਹੀਂ ਦੇਣਾ। ਪੈਗਾਮ ਸਭ ਨੂੰ ਪਹੁੰਚਾਣਾ ਹੀ ਹੈ। ਬਾਪ ਕਹਿੰਦੇ ਰਹਿੰਦੇ ਨੇ, ਮਿਊਜ਼ੀਅਮ ਦਾ ਨਾਂ ਐਵੇਂ ਰੱਖੋ ਜੋ ਮਨੁੱਖ ਵੇਖ ਅੰਦਰ ਘੁੰਮਣ, ਆ ਕੇ ਸਮਝਣ ਇਹ ਤਾਂ ਨਵੀਂ ਚੀਜ਼ ਹੈ। ਮਨੁੱਖ ਨਵੀਂ ਚੀਜ਼ ਵੇਖ ਅੰਦਰ ਘੁੰਮਦੇ ਨੇ ਨਾ। ਅੱਜ ਕੱਲ ਬਾਹਰ ਤੋਂ ਆਉਂਦੇ ਨੇ ਭਾਰਤ ਦਾ ਪ੍ਰਾਚੀਨ ਯੋਗ ਸਿੱਖਣ। ਹੁਣ ਪ੍ਰਾਚੀਨ ਮਤਲਬ ਪੁਰਾਣੇ ਤੇ ਪੁਰਾਣਾ। ਉਹ ਤਾਂ ਭਗਵਾਨ ਦਾ ਹੀ ਸਿਖਾਇਆ ਹੋਇਆ ਹੈ, ਜਿਸ ਨੂੰ 5000 ਵਰੇ ਹੋ ਗਏ। ਸਤਯੁਗ ਤ੍ਰੇਤਾ ਵਿੱਚ ਯੋਗ ਹੁੰਦਾ ਨਹੀਂ। ਜਿਸ ਨੇ ਸਿਖਾਇਆ ਉਹ ਤਾਂ ਚਲਾ ਗਿਆ। ਫਿਰ ਜਦੋਂ 5000 ਵਰੇ ਬਾਅਦ ਆਏ ਤਾਂ ਆ ਕੇ ਰਾਜਯੋਗ ਸਿਖਾਏ ਨਾ। ਮਤਲਬ ਪ੍ਰਾਚੀਨ 5000 ਵਰੇ ਪਹਿਲੇ ਜਿਹੜਾ ਯੋਗ ਭਗਵਾਨ ਨੇ ਸਿਖਾਇਆ ਸੀ, ਉਹੀ ਭਗਵਾਨ ਫਿਰ ਸੰਗਮ ਤੇ ਆ ਕੇ ਰਾਜਯੋਗ ਸਿਖਾਣਗੇ, ਜਿਸ ਨਾਲ ਅਸੀਂ ਪਾਵਨ ਬਣ ਸਕਦੇ ਹਾਂ। ਇਸ ਸਮੇਂ ਤਾਂ ਤੱਤਵ ਵੀ ਤਮੋ ਪ੍ਰਧਾਨ ਹੈ। ਪਾਣੀ ਵੀ ਕਿੰਨਾ ਨੁਕਸਾਨ ਕਰ ਦਿੰਦਾ ਹੈ। ਉਪਦਰਵ ਹੁੰਦੇ ਰਹਿੰਦੇ ਨੇ ਪੁਰਾਣੀ ਦੁਨੀਆ ਵਿੱਚ। ਸਤਯੁਗ ਵਿੱਚ ਉਪਦਰਵ ਦੀ ਕੋਈ ਗੱਲ ਨਹੀਂ। ਉੱਥੇ ਤਾਂ ਪ੍ਰਕਿਰਤੀ ਦਾਸੀ ਬਣ ਜਾਂਦੀ ਹੈ। ਇੱਥੇ ਪ੍ਰਕਿਰਤੀ ਦੁਸ਼ਮਣ ਬਣ ਕੇ ਦੁੱਖ ਦਿੰਦੀ ਹੈ। ਇਹਨਾਂ ਲక్ష్ਮੀ ਨਾਰਾਇਣ ਦੇ ਰਾਜ ਵਿੱਚ ਦੁੱਖ ਦੀ ਕੋਈ ਗੱਲ ਨਹੀਂ ਸੀ। ਸਤਯੁਗ ਸੀ। ਹੁਣ ਫਿਰ ਉਹ ਸਥਾਪਨ ਹੋ ਰਿਹਾ ਹੈ। ਬਾਪ ਪ੍ਰਾਚੀਨ ਰਾਜਯੋਗ ਸਿਖਾ ਰਹੇ ਨੇ, ਫਿਰ 5000 ਵਰੇ ਬਾਅਦ ਸਿਖਾਉਣਗੇ। ਜਿਸ ਦਾ ਜੋ ਪਾਰਟ ਹੈ ਉਹੀ ਵਜਾਉਣਗੇ। ਬੇਹੱਦ ਦਾ ਬਾਪ ਵੀ ਆਪਣਾ ਪਾਰਟ ਵਜਾ ਰਹੇ ਨੇ। ਬਾਪ ਕਹਿੰਦੇ ਨੇ, ਮੈਂ ਇਹਨਾਂ ਵਿੱਚ ਪ੍ਰਵੇਸ਼ ਕਰ ਸਥਾਪਨਾ ਕਰ ਚਲਾ ਜਾਂਦਾ ਹਾਂ। ਹਾਹਾਕਾਰ ਤੋਂ ਬਾਅਦ ਫਿਰ ਜੈ ਜੈਕਾਰ ਹੋ ਜਾਂਦੀ ਹੈ। ਪੁਰਾਣੀ ਦੁਨੀਆ ਖਤਮ ਹੋ ਜਾਵੇਗੀ। ਇਹਨਾਂ ਲక్ష్ਮੀ ਨਾਰਾਇਣ ਦਾ ਰਾਜ ਸੀ ਤਾਂ ਪੁਰਾਣੀ ਦੁਨੀਆ ਨਹੀਂ ਸੀ।
5000 ਵਰੇ ਦੀ ਗੱਲ ਹੈ, ਲੱਖਾਂ ਵਰਿਆਂ ਦੀ ਗੱਲ ਹੋ ਨਹੀਂ ਸਕਦੀ। ਬਾਪ ਕਹਿੰਦੇ ਨੇ ਹੋਰ ਸਭ ਗੱਲਾਂ ਨੂੰ ਛੱਡ ਇਹ ਸਰਵਿਸ ਵਿੱਚ ਲੱਗ ਜਾਓ। ਆਪਣਾ ਕਲਿਆਣ ਕਰਨ ਦੇ ਲਈ ਰੁੱਸ ਕੇ ਸਰਵਿਸ ਵਿੱਚ ਧੋਖਾ ਨਹੀਂ ਦੇਣਾ ਚਾਹੀਦਾ। ਇਹ ਹੈ ਈਸ਼ਵਰੀ ਸਰਵਿਸ। ਮਾਇਆ ਦੇ ਤੂਫਾਨ ਬਹੁਤ ਆਣਗੇ, ਪਰ ਬਾਪ ਦੀ ਈਸ਼ਵਰੀ ਸਰਵਿਸ ਵਿੱਚ ਧੋਖਾ ਨਹੀਂ ਦੇਣਾ ਹੈ। ਬਾਪ ਸਰਵਿਸਰ ਡਾਇਰੈਕਸ਼ਨ ਤਾਂ ਦਿੰਦੇ ਰਹਿੰਦੇ ਨੇ। ਮਿੱਤਰ ਸੰਬੰਧੀ ਆਦਿ ਜੋ ਵੀ ਆਣ, ਸਭ ਦੇ ਸੱਚੇ ਮਿੱਤਰ ਤਾਂ ਤੁਸੀਂ ਹੋ। ਤੁਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਸਾਰੀ ਦੁਨੀਆ ਦੇ ਮਿੱਤਰ ਹੋ, ਕਿਉਂਕਿ ਤੁਸੀਂ ਬਾਪ ਦੇ ਮਦਦਗਾਰ ਹੋ। ਮਿੱਤਰਾਂ ਵਿੱਚ ਕੋਈ ਸ਼ਤਰੂਤਾ ਨਹੀਂ ਹੋਣੀ ਚਾਹੀਦੀ। ਕੋਈ ਵੀ ਗੱਲ ਨਿਕਲੇ ਬੋਲੋ ਸ਼ਿਵ ਬਾਬਾ ਨੂੰ ਯਾਦ ਕਰੋ। ਬਾਪ ਦੀ ਸ਼੍ਰੀਮਤ ਤੇ ਲੱਗ ਜਾਣਾ ਹੈ, ਨਹੀਂ ਤਾਂ ਆਪਣਾ ਨੁਕਸਾਨ ਕਰ ਦੇਣਗੇ। ਟ੍ਰੇਨ ਵਿੱਚ ਤੁਸੀਂ ਆਂਦੇ ਹੋ, ਉੱਥੇ ਤਾਂ ਸਭ ਫ੍ਰੀ ਹੁੰਦੇ ਨੇ ਨਾ। ਸਰਵਿਸ ਦਾ ਬਹੁਤ ਚੰਗਾ ਚਾਂਸ ਹੈ। ਬੈਜ ਤਾਂ ਬਹੁਤ ਚੰਗੀ ਚੀਜ਼ ਹੈ, ਹਰ ਇੱਕ ਨੂੰ ਲਗਾ ਕੇ ਰੱਖਣਾ ਚਾਹੀਦਾ ਹੈ। ਕੋਈ ਪੁੱਛੇ ਤੁਸੀਂ ਕੌਣ ਹੋ ਤਾਂ ਬੋਲੋ ਅਸੀਂ ਹਾਂ ਫਾਇਰ ਬ੍ਰਿਗੇਡ। ਜਿਵੇਂ ਉਹ ਫਾਇਰ ਬ੍ਰਿਗੇਡ ਹੁੰਦੇ ਨੇ ਅੱਗ ਨੂੰ ਬੁਝਾਉਣ ਦੇ ਲਈ। ਇਸ ਸਮੇਂ ਸਾਰੀ ਸ੍ਰਿਸ਼ਟੀ ਵਿੱਚ ਕਾਮ ਅਗਨੀ ਵਿੱਚ ਸਭ ਜਲੇ ਹੋਏ ਨੇ। ਹੁਣ ਬਾਪ ਕਹਿੰਦੇ ਨੇ ਕਾਮ ਮਹਾਸ਼ਤਰੂ ਤੇ ਜਿੱਤ ਪਾਓ। ਬਾਪ ਨੂੰ ਯਾਦ ਕਰੋ, ਪਵਿੱਤਰ ਬਣੋ, ਦੈਵੀ ਗੁਣ ਧਾਰਨ ਕਰੋ ਤਾਂ ਬੇੜਾ ਪਾਰ ਹੈ। ਇਹ ਬੈਚ ਸ਼੍ਰੀਮਤ ਨਾਲ ਹੀ ਬਣੇ ਹੋਏ ਨੇ। ਬਹੁਤ ਥੋੜੇ ਬੱਚੇ ਨੇ ਜੋ ਬੈਚ ਤੇ ਸਰਵਿਸ ਕਰਦੇ ਨੇ। ਬਾਬਾ ਮੁਰਲੀਆਂ ਵਿੱਚ ਕਿੰਨਾ ਸਮਝਾਉਂਦੇ ਰਹਿੰਦੇ ਨੇ। ਹਰ ਇੱਕ ਬ੍ਰਾਹਮਣ ਦੇ ਕੋਲ ਇਹ ਬੈਚ ਜ਼ਰੂਰ ਹੋਣਾ ਚਾਹੀਦਾ ਹੈ। ਕੋਈ ਵੀ ਮਿਲੇ ਉਹਨਾਂ ਨੂੰ ਐਸੇ ਸਮਝਾਉਣਾ ਹੈ, ਇਹ ਹੈ ਬਾਬਾ, ਇਹਨਾਂ ਨੂੰ ਯਾਦ ਕਰਨਾ ਹੈ। ਅਸੀਂ ਸਾਕਾਰ ਦੀ ਮਹਿਮਾ ਨਹੀਂ ਕਰਦੇ। ਸਭ ਦਾ ਸਦਗਤੀ ਦਾਤਾ ਇੱਕ ਨਿਰਾਕਾਰ ਬਾਪ ਹੈ, ਉਸ ਨੂੰ ਹੀ ਯਾਦ ਕਰਨਾ ਹੈ। ਯਾਦ ਦੇ ਬਲ ਨਾਲ ਹੀ ਤੁਹਾਡੇ ਪਾਪ ਕੱਟ ਜਾਣਗੇ। ਫਿਰ ਅੰਤ ਮਤੇ ਸੋ ਗਤੀ ਹੋ ਜਾਵੇਗੀ। ਦੁੱਖ ਧਾਮ ਤੋਂ ਛੁੱਟ ਜਾਓਗੇ। ਫਿਰ ਤੁਸੀਂ ਵਿਸ਼ਨੂਪੁਰੀ ਵਿੱਚ ਆ ਜਾਓਗੇ। ਕਿੰਨੀ ਵੱਡੀ ਖੁਸ਼ਖਬਰੀ ਹੈ। ਲਿਟਰੇਚਰ ਵੀ ਦੇ ਸਕਦੇ ਹੋ। ਬੋਲੋ ਤੁਸੀਂ ਗਰੀਬ ਹੋ ਤਾਂ ਫ੍ਰੀ ਦੇ ਸਕਦੇ ਹਾਂ। ਸਾਹੂਕਾਰਾਂ ਨੂੰ ਤਾਂ ਪੈਸਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਤਾਂ ਬਹੁਤ ਛਪਾਉਂਦੇ ਰਹਿੰਦੇ ਨੇ ਨਾ। ਇਹ ਚੀਜ਼ ਐਵੇਂ ਦੀ ਹੈ ਜਿਸ ਨਾਲ ਤੁਸੀਂ ਫਕੀਰ ਤੋਂ ਵਿਸ਼ਵ ਦਾ ਮਾਲਿਕ ਬਣ ਜਾਓਗੇ। ਸਮਝਾਣੀ ਤਾਂ ਮਿਲਦੀ ਰਹਿੰਦੀ ਹੈ, ਕਿਸੇ ਵੀ ਧਰਮ ਵਾਲਾ ਹੋਵੇ। ਬੋਲੋ ਅਸਲ ਵਿੱਚ ਤੁਸੀਂ ਆਤਮਾ ਹੋ। ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਹੁਣ ਵਿਨਾਸ਼ ਸਾਹਮਣੇ ਖੜਾ ਹੈ। ਇਹ ਦੁਨੀਆ ਬਦਲਣ ਵਾਲੀ ਹੈ। ਸ਼ਿਵ ਬਾਬਾ ਨੂੰ ਯਾਦ ਕਰੋਗੇ ਤਾਂ ਵਿਸ਼ਨੂਪੁਰੀ ਵਿੱਚ ਆ ਜਾਓਗੇ। ਬੋਲੋ ਇਹ ਤੁਹਾਨੂੰ ਕਰੋੜਾਂ ਪਦਮਾਂ ਦੀ ਚੀਜ਼ ਦਿੰਨੇ ਹਾਂ। ਬਾਬਾ ਨੇ ਕਿੰਨਾ ਸਮਝਾਇਆ ਹੈ। ਬੈਜ ਤੇ ਸਰਵਿਸ ਕਰਨੀ ਹੈ, ਪਰ ਬੱਚੇ ਬੈਜ ਹੀ ਨਹੀਂ ਲਗਾਉਂਦੇ। ਲੱਜਾ ਆਂਦੀ ਹੈ ਬ੍ਰਾਹਮਣੀਆਂ ਜੋ ਪਾਰਟੀ ਲੈ ਕੇ ਆਂਦੀਆਂ ਨੇ ਜਾਂ ਕਿਸੇ ਆਫਿਸ ਆਦਿ ਵਿੱਚ ਨਿਕਲ ਜਾਂਦੀਆਂ ਨੇ, ਤਾਂ ਇਹ ਬੈਜ ਜ਼ਰੂਰ ਲੱਗਿਆ ਰਹਿਣਾ ਚਾਹੀਦਾ ਹੈ। ਜਿਸ ਤੇ ਤੁਸੀਂ ਸਮਝਾਓਗੇ ਉਹ ਬਹੁਤ ਖੁਸ਼ ਹੋਣਗੇ। ਬੋਲੋ ਅਸੀਂ ਤਾਂ ਇੱਕ ਬਾਪ ਨੂੰ ਮੰਨਦੇ ਹਾਂ, ਉਹੀ ਸਭ ਨੂੰ ਸੁਖ ਸ਼ਾਂਤੀ ਦੇਣ ਵਾਲੇ ਨੇ। ਸਿਰਫ ਉਹਨਾਂ ਨੂੰ ਯਾਦ ਕਰੋ। ਪਤਿਤ ਆਤਮਾ ਤਾਂ ਜਾ ਨਾ ਸਕੇ। ਹੁਣ ਇਹ ਪੁਰਾਣੀ ਦੁਨੀਆ ਬਦਲ ਰਹੀ ਹੈ। ਐਵੇਂ ਐਵੇਂ ਰਸਤੇ ਵਿੱਚ ਸਰਵਿਸ ਕਰਦੇ ਆਉਣਾ ਚਾਹੀਦਾ ਹੈ। ਤੁਹਾਡਾ ਨਾਂ ਬਹੁਤ ਹੋਏਗਾ। ਬਾਬਾ ਸਮਝਦੇ ਨੇ ਸ਼ਾਇਦ ਲੱਜਾ ਆਂਦੀ ਹੈ ਜੋ ਬੈਜ ਪਹਿਨ ਕੇ ਸਰਵਿਸ ਨਹੀਂ ਕਰ ਸਕਦੇ। ਇੱਕ ਤਾਂ ਬੈਜ, ਸੀੜੀ ਦਾ ਚਿੱਤਰ ਅਥਵਾ ਤ੍ਰਿਮੂਰਤੀ, ਗੋਲਾ, ਝਾੜ ਦਾ ਚਿੱਤਰ ਨਾਲ ਹੋਵੇ। ਆਪਸ ਵਿੱਚ ਬੈਠ ਕੇ ਇੱਕ ਦੋ ਨੂੰ ਸਮਝਾਓ, ਸਾਰੇ ਇਕੱਠੇ ਹੋ ਜਾਣਗੇ। ਪੁੱਛਣਗੇ ਇਹ ਕੀ ਹੈ ਤਾਂ ਬੋਲੋ ਸ਼ਿਵ ਬਾਬਾ ਇਹਨਾਂ ਦੇ ਦੁਆਰਾ ਨਵੀਂ ਦੁਨੀਆ ਸਥਾਪਨ ਕਰ ਰਹੇ ਨੇ। ਹੁਣ ਬਾਪ ਕਹਿੰਦੇ ਨੇ ਸਿਰਫ ਮੈਨੂੰ ਯਾਦ ਕਰੋ, ਪਵਿੱਤਰ ਬਣੋ। ਆਪਵਿੱਤਰ ਵਾਪਿਸ ਜਾ ਨਹੀਂ ਸਕੋਗੇ। ਐਵੇਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਣੀਆਂ ਚਾਹੀਦੀਆਂ ਨੇ ਤਾਂ ਖੁਸ਼ੀ ਨਾਲ ਸਭ ਸੁਣਨਗੇ, ਪਰ ਕਿਸੇ ਦੀ ਬੁੱਧੀ ਵਿੱਚ ਬੈਠਦਾ ਨਹੀਂ। ਸੈਂਟਰ ਤੇ ਕਲਾਸ ਵਿੱਚ ਜਾਂਦੇ ਹੋ ਤਾਂ ਵੀ ਬੈਜ ਲੱਗਿਆ ਰਹੇ। ਮਿਲਟਰੀ ਵਾਲਿਆਂ ਦੇ ਇੱਥੇ ਬਿੱਲਾ ਲੱਗਿਆ ਰਹਿੰਦਾ ਹੈ ਨਾ, ਉਹਨਾਂ ਨੂੰ ਕਦੇ ਲੱਜਾ ਆਂਦੀ ਹੈ ਕਿ ਤੁਸੀਂ ਵੀ ਰੂਹਾਨੀ ਮਿਲਟਰੀ ਹੋ। ਬਾਪ ਡਾਇਰੈਕਸ਼ਨ ਦਿੰਦੇ ਨੇ, ਫਿਰ ਅਮਲ ਵਿੱਚ ਕਿਉਂ ਨਹੀਂ ਲਿਆਉਂਦੇ। ਬੈਜ ਲੱਗਿਆ ਰਹੇ ਤਾਂ ਸ਼ਿਵ ਬਾਬਾ ਦੀ ਯਾਦ ਵੀ ਰਹੇਗੀ। ਅਸੀਂ ਸ਼ਿਵ ਬਾਬਾ ਦੇ ਬੱਚੇ ਹਾਂ। ਦਿਨ ਪ੍ਰਤੀ ਦਿਨ ਸੈਂਟਰ ਵੀ ਖੁੱਲਦੇ ਜਾਣਗੇ, ਕੋਈ ਨਾ ਕੋਈ ਨਿਕਲ ਆਉਣਗੇ।
ਕਹਿਣਗੇ ਫਲਾਣੇ ਸ਼ਹਿਰ ਵਿੱਚ ਤੁਹਾਡੀ ਬ੍ਰਾਂਚ ਨਹੀਂ ਹੈ, ਬੋਲੋ ਕੋਈ ਪ੍ਰਬੰਧ ਕਰ ਦਿਓ ਮਕਾਨ ਆਦਿ ਦਾ। ਨਿਮੰਤਰਣ ਦੇਣ, ਅਸੀਂ ਆ ਕੇ ਸਰਵਿਸ ਕਰ ਸਕਦੇ ਹਾਂ। ਹਿੰਮਤੇ ਬੱਚੇ ਮਦਦੇ ਬਾਪ, ਬਾਪ ਤਾਂ ਬੱਚਿਆਂ ਨੂੰ ਕਹਿਣਗੇ ਸੈਂਟਰ ਖੋਲੋ, ਸਰਵਿਸ ਕਰੋ। ਇਹ ਸਭ ਸ਼ਿਵ ਬਾਬਾ ਦੀ ਦੁਕਾਨ ਹੈ ਨਾ, ਬੱਚਿਆਂ ਦੁਆਰਾ ਚਲਾ ਰਹੇ ਨੇ। ਅੱਛਾ, ਮਿੱਠੀ ਮਿੱਠੀ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁਕਤਸਾਰ। ਪਹਿਲੀ ਧਾਰਨਾ ਹੈ, ਕਦੇ ਆਪਸ ਵਿੱਚ ਰੁੱਸ ਕੇ ਸਰਵਿਸ ਵਿੱਚ ਧੋਖਾ ਨਹੀਂ ਦੇਣਾ ਹੈ। ਵਿਘਨ ਰੂਪ ਨਹੀਂ ਬਣਨਾ ਹੈ। ਆਪਣੀ ਕਮਜ਼ੋਰੀ ਨਹੀਂ ਵਿਖਾਉਣੀ ਹੈ। ਬਾਪ ਦਾ ਪੂਰਾ ਪੂਰਾ ਮਦਦਗਾਰ ਬਣਨਾ ਹੈ। ਦੂਜਾ, ਕਦੇ ਕਿਸੇ ਨਾਲ ਝਗੜਾ ਆਦਿ ਹੋਇਆ, ਪਾਸ ਹੋਇਆ, ਉਹਨਾਂ ਦਾ ਚਿੰਤਨ ਨਹੀਂ ਕਰਨਾ। ਕਿਸੇ ਨੇ ਘੱਟ ਜਾਸਤੀ ਬੋਲਿਆ, ਤੁਸੀਂ ਉਹਨਾਂ ਨੂੰ ਭੁੱਲ ਜਾਓ, ਕਲਪ ਪਹਿਲੇ ਵੀ ਐਵੇਂ ਬੋਲਿਆ ਸੀ, ਉਹ ਗੱਲ ਫਿਰ ਕਦੇ ਬੋਲੋ ਹੀ ਨਹੀਂ। ਵਰਦਾਨ ਹੈ, ਬੀਤੀ ਹੋਈ ਗੱਲਾਂ ਨੂੰ ਰਹਿਮ ਦਿਲ ਬਣ ਸਮਾਉਣ ਵਾਲੇ ਸ਼ੁਭ ਚਿੰਤਕ ਭਵ। ਬੀਤੀ ਹੋਈ ਗੱਲਾਂ ਨੂੰ ਰਹਿਮ ਦਿਲ ਬਣ ਸਮਾਉਣ ਵਾਲੇ ਸ਼ੁਭ ਚਿੰਤਕ ਭਵ। ਜੋ ਕਿਸੇ ਦੀ ਬੀਤੀ ਹੋਈ ਕਮਜ਼ੋਰੀ ਦੀਆਂ ਗੱਲਾਂ ਸੁਣਾਣ ਤਾਂ ਸ਼ੁਭ ਭਾਵਨਾ ਦੁਆਰਾ ਉਹਨਾਂ ਤੋਂ ਕਿਨਾਰਾ ਕਰ ਲਿਓ। ਵਿਅਰਥ ਚਿੰਤਨ ਜਾਂ ਕਮਜ਼ੋਰੀ ਦੀਆਂ ਗੱਲਾਂ ਆਪਸ ਵਿੱਚ ਨਹੀਂ ਚੱਲਣੀਆਂ ਚਾਹੀਦੀਆਂ। ਬੀਤੀਆਂ ਹੋਈਆਂ ਗੱਲਾਂ ਨੂੰ ਰਹਿਮ ਦਿਲ ਬਣ ਕੇ ਸਮਾ ਲਓ। ਸਮਾ ਕੇ ਸ਼ੁਭ ਭਾਵਨਾ ਨਾਲ ਉਸ ਆਤਮਾ ਦੇ ਪ੍ਰਤੀ ਮਨਸਾ ਸੇਵਾ ਕਰਦੇ ਰਹੋ। ਭਾਵੇਂ ਸੰਸਕਾਰਾਂ ਦੇ ਵਸ਼ ਕੋਈ ਉਲਟਾ ਕਹਿੰਦਾ ਹੈ, ਕਰਦਾ ਜਾਂ ਸੁਣਦਾ ਹੈ, ਤਾਂ ਵੀ ਉਸ ਨੂੰ ਪਰਿਵਰਤਨ ਕਰੋ। 1 ਤੋਂ 2, 2 ਤੋਂ 3 ਤੱਕ ਐਵੇਂ ਵਿਅਰਥ ਗੱਲਾਂ ਦੀ ਮਾਲਾ ਨਾ ਹੋ ਜਾਵੇ। ਐਵੇਂ ਅਟੈਂਸ਼ਨ ਰੱਖਣਾ ਅਰਥਾਤ ਸ਼ੁਭ ਚਿੰਤਕ ਬਣਨਾ। ਸਲੋਗਨ ਹੈ, ਸੰਤੁਸ਼ਟ ਮਣੀ ਬਣੋ ਤਾਂ ਪ੍ਰਭੂ ਪ੍ਰਿਯ, ਲੋਕ ਪ੍ਰਿਯ, ਸਵ ਪ੍ਰਿਯ ਬਣ ਜਾਓਗੇ। ਸੰਤੁਸ਼ਟ ਮਣੀ ਬਣੋ ਤਾਂ ਪ੍ਰਭੂ ਪ੍ਰਿਯ, ਲੋਕ ਪ੍ਰਿਯ, ਸਵ ਪ੍ਰਿਯ ਬਣ ਜਾਓਗੇ। ਅੱਛਾ, ਓਮ ਸ਼ਾਂਤੀ।